ਸੋ ਜਿਹਨੂੰ ਵੀ ਇਸ ਪ੍ਰੋਫੈਸ਼ਨ ਵਿੱਚ ਆਉਣਾ ਉਸ ਤੋਂ ਬਾਅਦ ਬੜੀ ਇੰਪੋਰਟੈਂਟ ਚੀਜ਼ ਆਉਂਦੀ ਹੈਗੀ ਆ ਤੇ ਫਿਰ ਇਸ ਵਾਸਤੇ ਐਲੀਜੀਬਿਲਿਟੀ ਕੀ ਹੈ ਕਿ ਪਹਿਲਾਂ ਉਹ ਹਾਈ ਸਕੂਲ ਤੋਂ ਬਾਅਦ ਵੀ ਕਰ ਸਕਦੇ ਨੇ ਜਾਂ ਫਿਰ ਪੋਸਟ ਗ੍ਰੈਜੂਏਸ਼ਨ? ਟੋਟਲ ਫੀਸ ਜਿਹੜੀ ਆਪਣਾ ਐਂਡ ਤੱਕ ਜਦੋਂ ਆਪਣਾ ਲਾਇਸੈਂਸ ਆ ਜਾਂਦਾ ਹੈ ਕੰਮ ਕਰਨ ਸਟਾਰਟ ਕਰਨ ਲਈ ਇਟਸ ਵੁੱਡ ਬੀ ਅਰਾਊਂਡ ਤੁਸੀਂ ਰਜਿਸਟ੍ਰੇਸ਼ਨ ਆਪਣੀ ਆਨਲਾਈਨ ਹੋਣੀ ਆ, ਤੁਹਾਡੇ ਅਸਾਈਨਮੈਂਟਸ ਆਨਲਾਈਨ ਹੋਣੇ ਆ। ਇਹਦੇ ਲਈ ਪੂਰਾ ਇੱਕ ਸਟਰਕਚਰਡ ਕੋਰਸ ਹੈਗਾ। ਤੇ ਸਟੇਟਸ ਕੀ ਹੋਣਾ ਚਾਹੀਦਾ ਕੈਨੇਡਾ? ਸਤਿ ਸ਼੍ਰੀ ਅਕਾਲ, ਤੁਸੀਂ PNCN ਦੇਖ ਰਹੇ ਹੋ। ਜਿਵੇਂ ਕਿ ਤੁਹਾਡੇ ਵਾਸਤੇ ਅਸੀਂ ਹਰ ਹਫਤੇ ਜਾਣਕਾਰੀ ਲੈ ਕੇ ਹਾਜ਼ਰ ਹੁੰਦੇ ਹਾਂ ਵੱਖੋ ਵੱਖਰੇ ਪ੍ਰੋਫੈਸ਼ਨਸ ਦੇ ਬਾਰੇ। ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿ ਜੇਕਰ ਕੋਈ ਕੈਨੇਡਾ ਵਿੱਚ ਰੀਅਲਟਰ ਬਣਨਾ ਚਾਹੁੰਦਾ ਹੈ ਤਾਂ ਉਸ ਵਾਸਤੇ ਕਿਹੜੀਆਂ ਸ਼ਰਤਾਂ ਨੇ, ਇਸ ਦੇ ਨਾਲ ਹੀ ਕਿਹੜਾ ਲਾਇਸੈਂਸ ਲੈਣਾ ਹੁੰਦਾ ਹੈ ਤੇ ਜਿਸ ਦੇ ਬਾਰੇ ਖਾਸ ਤੌਰ ਦੇ ਉੱਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਲਾਇਸੈਂਸ ਕਿਵੇਂ ਲੈਣਾ ਹੈ ਉਸ ਸੰਬੰਧੀ ਦੱਸਾਂਗੇ। ਇਸ ਵਾਸਤੇ ਖਰਚਾ ਕਿੰਨਾ ਕੁ ਹੁੰਦਾ ਹੈ ਇਹ ਵੀ ਦੱਸਾਂਗੇ ਤੁਹਾਨੂੰ। ਸਭ ਤੋਂ ਪਹਿਲਾਂ ਜੇਕਰ ਕੋਈ PR ਤੇ ਸਿਟੀਜ਼ਨ ਹੈ, ਉਹ ਰੀਅਲਟਰ ਬਣਨਾ ਚਾਹੁੰਦਾ ਹੈ ਤਾਂ ਉਸ ਦੇ ਵਾਸਤੇ ਪਹਿਲਾਂ ਕੀ ਸਟੈਪ ਲੈਣਾ ਚਾਹੀਦਾ ਉਹਨਾਂ ਨੂੰ? ਪਹਿਲਾ ਸਟੈਪ ਹੋਊਗਾ ਜੀ ਆਪਾਂ ਨੂੰ ਲਾਇਸੈਂਸ ਲੈਣਾ ਪੈਂਦਾ ਇਹਦੇ ਲਈ, ਤੇ ਲਾਇਸੈਂਸਿੰਗ ਪ੍ਰੋਸੈਸ ਸਟਾਰਟ ਹੋਊਗਾ ਆਪਣਾ UBC ਤੋਂ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਜਿਹੜੀ ਇਹਦੀ ਐਜੂਕੇਸ਼ਨ ਤੇ ਲਾਇਸੈਂਸਿੰਗ ਦਾ ਪ੍ਰੋਸੈਸ ਕਰਾਉਂਦੀ ਹੈ। ਤੇ ਉਸ ਦੇ ਵਾਸਤੇ ਕੋਈ ਉਹਨਾਂ ਨੂੰ ਕੋਰਸ ਕਰਨੇ ਪੈਂਦੇ ਨੇ ਜਾਂ ਫਿਰ ਸਿੱਧਾ ਉਹਨਾਂ ਨੂੰ ਇੱਕ ਕੋਈ ਟੈਸਟ ਦੇਣਾ ਪੈਂਦਾ? ਇਹਦੇ ਲਈ ਪੂਰਾ ਇੱਕ ਸਟਰਕਚਰਡ ਕੋਰਸ ਹੈਗਾ। ਤੁਸੀਂ UBC ਤੋਂ ਰਜਿਸਟਰ ਕਰੋਗੇ, ਦੇ ਹੈਵ ਅ ਟ੍ਰੇਡਿੰਗ ਸਰਵਿਸਿਜ਼। ਉਹਦੇ ਵਿੱਚ ਇਕੱਲਾ ਰੀਅਲ ਸਟੇਟ ਨਹੀਂ, ਤੁਸੀਂ ਮੌਰਗੇਜ, ਸਟਰਾਟਾ ਮੈਨੇਜਮੈਂਟ, ਪ੍ਰੋਪਰਟੀ ਮੈਨੇਜਮੈਂਟ, ਇਫ ਯੂ ਵਾਂਟ ਟੂ ਬਿਕਮ ਅ ਰੀਅਲਟਰ ਦੈਨ ਯੂਰ ਰੀਅਲ ਸਟੇਟ ਐਗਜ਼ਾਮ, ਉਹ ਤੁਸੀਂ ਸਾਰੇ ਉੱਥੋਂ UBC ਤੋਂ ਰਜਿਸਟਰ ਕਰੋਗੇ। ਉਹਦੀ ਫੀਸ ਵਗੈਰਾ ਹੈਗੀਆਂ ਨੇ, ਪੂਰਾ ਪ੍ਰੋਸੈਸ ਹੈਗਾ ਐਂਡ ਦੈਨ ਦੈਟ ਪ੍ਰੋਸੈਸ ਵਿਲ ਬਟ ਪਹਿਲਾ ਸਟੈਪ ਇੱਥੇ ਹੀ ਰਹੂਗਾ ਕਿ ਤੁਹਾਨੂੰ UBC ਤੋਂ ਉਹ ਚੀਜ਼ ਰਜਿਸਟਰ ਕਰਨੀ ਪੈਣੀ ਆ ਐਂਡ ਦੈਨ ਯੂਰ ਸੈਕਿੰਡ ਸਟੈਪ ਬਿਗਿਨਸ। ਤੇ ਬ੍ਰਿਟਿਸ਼ ਕੋਲੰਬੀਆ ਵਿੱਚ UBC ਹੀ ਇੱਕ ਆਪਸ਼ਨ? ਹਾਂਜੀ, UBC ਹੀ ਆਪਣਾ ਲਾਇਸੈਂਸਿੰਗ ਦਾ ਕੋਰਸ ਕਰਾਉਂਦੀ ਆ ਆਪਣੇ BC ਵਿੱਚ, ਇਫ ਯੂ ਵਾਂਟ ਟੂ ਹੈਵ ਅ ਲਾਇਸੈਂਸ ਟੂ ਵਰਕ ਇਨ BC। ਤੇ ਜਿਵੇਂ ਓਨਟਾਰੀਓ, ਅਲਬਰਟਾ ਐਂਡ ਆਲ? ਜੇ ਤੁਹਾਨੂੰ ਫਿਰ ਅਲਬਰਟਾ ਕੰਮ ਕਰਨਾ ਹੈ ਦੈਨ ਯੂ ਹੈਵ ਟੂ, ਮੇਰੀ ਨੌਲੇਜ ਦੇ ਨਾਲ ਤੁਸੀਂ ਟਿਲ ਅਲਬਰਟਾ ਯੂ ਕੈਨ ਸਟਿਲ ਵਰਕ, ਬਟ ਤੁਹਾਨੂੰ ਉੱਥੇ ਦੀ ਬ੍ਰੋਕਰੇਜ ਦੇ ਨਾਲ ਐਸੋਸੀਏਟ ਹੋਣਾ ਪੈਣਾ ਐਂਡ ਯੂਰ ਲਾਇਸੈਂਸ ਵਿਲ ਵਰਕ ਬਟ ਨਾਟ ਇਨ ਓਨਟਾਰੀਓ। Ontario, if you have to go, then you have to switch your license and then only you can work in Ontario. Otherwise, you cannot work in Ontario. ਤੇ ਫਿਰ ਇਹ ਆਨਲਾਈਨ ਹੋ ਜਾਂਦਾ? The process is online. ਤੁਸੀਂ ਰਜਿਸਟ੍ਰੇਸ਼ਨ ਆਪਣੀ ਆਨਲਾਈਨ ਹੋਣੀ ਹੈ, ਤੁਹਾਡੇ ਅਸਾਈਨਮੈਂਟਸ ਆਨਲਾਈਨ ਹੋਣੇ ਆ। The process is to have those assignments done on time. ਤੁਹਾਡੇ ਅਸਾਈਨਮੈਂਟ ਜਦੋਂ ਹੋਣਗੇ then you're eligible for the exam. ਤੇ ਇਕੱਲਾ ਅਸਾਈਨਮੈਂਟ ਨਹੀਂ, they have a ਉਹਨਾਂ ਦੀ ਰਿਕੁਆਇਰਮੈਂਟ ਹੈਗੀ ਆ ਇੰਗਲਿਸ਼ ਨੂੰ ਲੈ ਕੇ ਵੀ ਤੁਹਾਨੂੰ ਲੈਂਗੁਏਜ ਸੈਟਿਸਫਾਈ ਕਰਨੀ ਪੈਂਦੀ ਹੈ। ਸੋ ਵੈਨ ਤੁਹਾਡੇ ਜਦੋਂ ਅਸਾਈਨਮੈਂਟਸ ਡਨ ਹੋ ਗਏ ਹੋ, ਸੋ ਅਸਾਈਨਮੈਂਟਸ ਦਾ ਵੀ ਕ੍ਰਾਈਟੇਰੀਆ ਹੈਗਾ, ਯੂ ਕੈਨ ਡੂ 2 ਅਸਾਈਨਮੈਂਟਸ ਇਨ ਅ ਵੀਕ, ਦੈਟ ਟੇਕਸ ਟਾਈਮ ਫॉर ਅਪਲੀ 2 ਤੋਂ 3 ਮਹੀਨੇ ਤੁਹਾਨੂੰ ਲੱਗ ਜਾਂਦੇ ਅਸਾਈਨਮੈਂਟ ਨੂੰ। ਅਤੇ ਉਹਦੋਂ ਬਾਅਦ ਤੇ ਤੁਹਾਡੀ ਇੰਗਲਿਸ਼ ਸੈਟਿਸਫਾਈ ਹੋ ਚੁੱਕੀ ਹੈ ਦੈਨ ਯੂ ਆਰ ਐਲੀਜੀਬਲ ਫॉर ਦੀ ਐਗਜ਼ਾਮ। ਅਤੇ ਜਦੋਂ ਤੁਹਾਡਾ ਐਗਜ਼ਾਮ ਕਲੀਅਰ ਹੋ ਗਿਆ ਦੈਨ ਯੂ ਕਮ ਔਨ ਟੂ ਦੀ ਨੈਕਸਟ ਸਟੈਪ। ਫਿਰ ਜਿਵੇਂ ਨੈਕਸਟ ਸਟੈਪ ਹੈ, ਜਦੋਂ ਇੱਕ ਵਾਰ ਐਗਜ਼ਾਮ ਕਲੀਅਰ ਹੋ ਗਿਆ, ਤੁਸੀਂ ਕਿਹਾ ਕਿ ਉਸ ਤੋਂ ਬਾਅਦ ਫਿਰ ਕੀ ਹੈ ਕਿ ਉਹਨਾਂ ਨੂੰ ਪ੍ਰੈਕਟਿਸ ਕਰਨੀ ਪੈਂਦੀ ਹੈ ਜਾਂ ਕਿਸੇ ਦੇ ਨਾਲ ਟ੍ਰੇਨਿੰਗ ਲੈਣੀ ਪੈਂਦੀ ਹੈ? ਸੋ ਜਿਹਨੂੰ ਵੀ ਇਸ ਪ੍ਰੋਫੈਸ਼ਨ ਵਿੱਚ ਆਉਣਾ ਉਸ ਤੋਂ ਬਾਅਦ ਬੜੀ ਇੰਪੋਰਟੈਂਟ ਚੀਜ਼ ਆਉਂਦੀ ਹੈਗੀ ਆ ਚੂਜ਼ਿੰਗ ਦੀ ਬ੍ਰੋਕਰੇਜ ਐਜ਼ ਵੈਲ। ਸੋ ਜਦੋਂ ਆਪਾਂ ਬ੍ਰੋਕਰੇਜ ਚੂਜ਼ ਕਰਨੀ ਆ ਅਤੇ ਨਾਲ ਆਪਾਂ ਆਪਣੇ ਅਪਲਾਈਡ ਕੋਰਸਿਸ ਕਰਨੇ ਆ, ਉਹ ਬਹੁਤ ਮੇਜਰ ਸਟੈਪ ਹੈਗਾ। ਮੋਸਟ ਆਫ ਦੀ ਪੀਪਲ ਗੋ ਰੋਂਗ ਦੇਅਰ ਵੈਨ ਦੇ ਡੋਂਟ ਨੋ ਵਿਚ ਬ੍ਰੋਕਰੇਜ ਟੂ ਚੂਜ਼। ਅਤੇ ਜਦੋਂ ਆਪਾਂ ਅਪਲਾਈਡ ਕੋਰਸਿਸ ਸਟਾਰਟ ਕਰਤੇ, ਦੋਜ਼ ਅਪਲਾਈਡ ਕੋਰਸਿਸ ਸਟਾਰਟ ਯੂ ਕੈਨ ਸਟਾਰਟ ਰਾਈਟ ਅਵੇ ਆਫਟਰ ਦੀ ਐਗਜ਼ਾਮ। ਤੁਹਾਨੂੰ ਜਦੋਂ ਤੁਹਾਡਾ ਐਗਜ਼ਾਮ ਕਲੀਅਰ ਹੋਇਆ, ਗੋ ਔਨਲਾਈਨ ਐਂਡ ਬੁੱਕ ਯੋਰ ਕੰਪੋਨੈਂਟਸ ਵਿਚ ਵੀ ਕਾਲ। ਟੋਟਲ 4 ਕੰਪੋਨੈਂਟਸ ਆਰ ਦੇਅਰ, ਕੰਪੋਨੈਂਟ 1 2 3 4 ਐਂਡ ਜਦੋਂ ਹੀ ਤੁਹਾਡਾ ਕੰਪੋਨੈਂਟ 1 2 ਹੋ ਗਿਆ, ਯੂ ਵਿਲ ਹੈਵ ਯੋਰ ਪ੍ਰੀ ਲਾਇਸੈਂਸ ਵਿਚ ਵੀ ਕਾਲ ਇਟ ਐਂਡ ਦੈਨ ਯੂ ਕੈਨ ਸਟਾਰਟ ਵਰਕਿੰਗ ਇਨ ਫੀਲਡ। ਐਂਡ ਦੈਨ ਤੁਹਾਡੇ ਕੰਪੋਨੈਂਟ 3 ਅਤੇ ਕੰਪੋਨੈਂਟ 4, ਬੇਸਿਕਲੀ ਕੰਪੋਨੈਂਟ 3 ਇਜ਼ ਗੋਨਾ ਬੀ ਥੋੜ੍ਹਾ ਵੱਡਾ ਹੋਣਾ ਉਹ, and then it's more of your field assignments ਤੁਹਾਨੂੰ ਕਰਨੇ ਪੈਣੇ ਆ। and for that ਜਿਹੜੀ ਤੁਸੀਂ brokerage choose ਕਰੋਗੇ, they'll assign you somebody and you can start working with them to do those component. and then when you have your component 3 done and then your last component would be in class, ਉਹ ਤੋਂ ਬਾਅਦ then you have your full license. ਤੇ ਫਿਰ ਇਸ ਵਾਸਤੇ ਐਲੀਜੀਬਿਲਿਟੀ ਕੀ ਹੈ ਕਿ ਪਹਿਲਾਂ ਉਹ ਹਾਈ ਸਕੂਲ ਤੋਂ ਬਾਅਦ ਵੀ ਕਰ ਸਕਦੇ ਨੇ ਜਾਂ ਫਿਰ ਪੋਸਟ ਗ੍ਰੈਜੂਏਸ਼ਨ? ਸੋ ਯੈਸ, ਆਫਟਰ ਗ੍ਰੇਡ 12 ਤੁਸੀਂ ਆਪਣਾ ਇਹ ਕਰੀਅਰ ਚੂਜ਼ ਕਰ ਸਕਦੇ ਹੋ। ਦੇਰ ਇਜ਼ ਨੋ ਲਿਮਿਟੇਸ਼ਨ, ਜਸਟ ਯੂ ਹੈਵ ਟੂ ਆਪਣਾ ਐਗਜ਼ਾਮ ਕਲੀਅਰ ਕਰਨਾ ਹੈ ਅਤੇ ਆਪਾਂ ਨੂੰ ਲੈਂਗੁਏਜ ਕਲੀਅਰ ਕਰਨੀ ਹੈਗੀ ਆ ਐਂਡ ਦੈਨ ਯੂ ਪਾਸ ਦੀ ਐਗਜ਼ਾਮ। ਪਾਸਿੰਗ ਮਾਰਕਸ ਆਰ 70% ਐਂਡ ਦੈਨ ਯੂ ਕੈਨ ਸਟਾਰਟ ਵਰਕਿੰਗ। ਅਤੇ ਸਟੇਟਸ ਕੀ ਹੋਣਾ ਚਾਹੀਦਾ ਕੈਨੇਡਾ 'ਚ? ਜੇ ਤੁਹਾਨੂੰ ਇਸ ਫੀਲਡ 'ਚ ਕੰਮ ਕਰਨਾ ਹੈਗਾ ਅਤੇ PR ਐਂਡ ਸਿਟੀਜ਼ਨ
is necessary, but you can still register for the course ਤੁਹਾਨੂੰ ਕਰਨਾ on work permit as well. License ਲਈ yes you have to be PR and citizen. ਤੇ ਫਿਰ ਜਿਵੇਂ ਜੇਕਰ ਰੀਅਲਟਰ ਦੇ ਨਾਲ ਕਿਸੇ ਨੇ ਅਸਿਸਟੈਂਟ ਦੇ ਵਜੋਂ ਕੰਮ ਕਰਨਾ ਹੈ ਤਾਂ ਉਹ ਬਿਨਾਂ ਕਿਸੇ ਲਾਇਸੈਂਸ ਜਾਂ ਫਿਰ ਅਸਿਸਟੈਂਟ ਪ੍ਰੋਗਰਾਮ ਹੈ ਕੋਈ ਉਸ ਤੋਂ ਬਿਨਾਂ ਕਰ ਸਕਦੇ ਨੇ? ਤੇ ਇਹਦੇ ਵਿੱਚ ਵੀ ਦੋ ਕ੍ਰਾਈਟੇਰੀਆ ਨੇ ਜਿਹੜਾ ਕਿ ਬੋਰਡ ਰੈਕਗਨਾਈਜ਼ ਕਰਦਾ ਹੈ ਤੇ REC BC ਆਪਣੀ ਕਰਦੀ ਰੈਕਗਨਾਈਜ਼ UA ਉਹ ਬੋਰਡ ਦੇ ਥਰੂ ਹੋਣਾ ਹੈਗਾ। UA ਵੀ ਕਾਲ ਅਸੀਂ ਕਹਿੰਦੇ ਉਹਨੂੰ ਅਨਲਾਇਸੈਂਸ ਅਸਿਸਟੈਂਟ, ਉਹਦੀ ਆਪਣੀ ਡਿਊਟੀਜ਼ ਨੇ। ਤੇ ਦੂਜਾ ਹੈਗਾ ਲਾਇਸੈਂਸ ਅਸਿਸਟੈਂਟ, ਦੈਟ ਹੈਜ਼ ਟੂ ਬੀ ਥਰੂ REC BC, ਰੀਅਲ ਏਸਟੇਟ ਕਾਊਂਸਲ ਆਫ ਬ੍ਰਿਟਿਸ਼ ਕੋਲੰਬੀਆ। ਜੇ ਕਿਸੇ ਨੂੰ ਬਿਨਾਂ ਲਾਇਸੈਂਸ ਤੇ ਕੰਮ ਕਰਨਾ ਹੈ ਹੀ ਕੈਨ ਡੈਫੀਨੇਟਲੀ ਕਮ ਇਨ ਟੂ ਦਿਸ ਫੀਲਡ, ਪਰ ਉਹਦੀ ਰਿਸਟ੍ਰਿਕਸ਼ਨਾਂ ਹੋ ਜਾਣੀ ਹੈ ਕੰਮ ਕਰਨ 'ਤੇ। ਉਹ ਸਾਰੀਆਂ ਉਹ ਚੀਜ਼ਾਂ ਨਹੀਂ ਕਰ ਸਕਦੇ ਨੇ ਜਿਹੜੀ ਕਿ ਇੱਕ ਲਾਇਸੈਂਸ ਰੀਅਲਟਰ ਕਰ ਸਕਦਾ ਹੈਗਾ। ਅਤੇ ਜਿਵੇਂ ਕਿ ਉਹ ਕੋਈ ਸ਼ੋਇੰਗ ਵਗੈਰਾ ਨਹੀਂ ਕਰ ਸਕਦੇ, ਦੇ ਕੈਨ ਨੋਟ ਟੈਲ ਐਨੀਥਿੰਗ ਅਬਾਊਟ ਦੀ ਪ੍ਰੋਪਰਟੀ, ਉਹ ਕੋਈ ਐਡਵਾਈਸ ਨਹੀਂ ਦੇ ਸਕਦੇ, ਜਿਹੜੇ ਕਿ ਸਿਰਫ ਐਡਮਿਨ ਕੰਮ ਨੇ ਅਤੇ ਆਪਣਾ ਗਾਈਡਡ ਬਾਈ ਦੇਅਰ ਲਾਇਸੈਂਸ ਰੀਅਲਟਰ ਉਹੀ ਕੁਛ ਕਰ ਸਕਦੇ ਨੇ। ਬਟ ਜੇ ਉਹਨਾਂ ਨੇ ਕੋਈ ਕਲਾਇੰਟਸ ਨੂੰ ਐਡਵਾਈਸ ਦੇਣੀ ਹੈ ਪ੍ਰੋਪਰਟੀ ਦੇ ਲਈ ਅਤੇ ਡਿਸਕਲੋਜ਼ਰਸ ਦੇ ਲਈ ਅਤੇ ਕੋਈ ਵੀ ਹੋਰ ਚੀਜ਼ ਨੂੰ ਲੈ ਕੇ, ਦੈਨ ਦੇ ਹੈਵ ਟੂ ਬੀ ਅ ਲਾਇਸੈਂਸ ਰੀਅਲਟਰ। ਤੇ ਫਿਰ ਇੱਕ ਹੋਰ ਸਵਾਲ ਮੇਰਾ ਕਿ ਐਗਜ਼ੈਕਟ ਦੱਸ ਦਿਓ ਕਿ ਜੇਕਰ ਹੁਣ ਕੋਈ ਪਲਾਨ ਕਰ ਰਿਹਾ ਹੈ ਕਿ ਮੈਂ ਰੀਅਲਟਰ ਬਣਨਾ ਹੈ ਤਾਂ ਉਹ ਕਿੰਨਾ ਸਮਾਂ ਸੋਚ ਕੇ ਚੱਲੇ ਕਿ ਕਿੰਨੇ ਸਮੇਂ ਤੱਕ ਉਸ ਦਾ ਸਾਰਾ ਕੁਝ ਪੂਰਾ ਹੋ ਜਾਏਗਾ? ਜੇ ਤੁਸੀਂ ਪੂਰਾ ਇਹਨੂੰ ਰਿਲੀਜੀਅਸਲੀ ਪੂਰਾ ਮਨ ਲਗਾ ਕੇ ਕਰਦੇ ਹੋ, ਇਸ ਚੀਜ਼ ਨੂੰ ਸਟਾਰਟ ਕਰਦੇ ਹੋ, ਫਰੋਮ ਵਿਦਿਨ 4 to 6 months ਤੁਸੀਂ ਆਪਣਾ ਰੈਡੀ ਹੋ ਸਕਦੇ ਹੋ ਫੀਲਡ 'ਚ ਕੰਮ ਕਰਨ ਲਈ ਟਿਲ ਦੀ ਕੰਪੋਨੈਂਟ 2 ਪਾਰਟ। ਜਦੋਂ ਲਾਇਸੈਂਸ ਲੈ ਲਿਆ ਉਸ ਤੋਂ ਬਾਅਦ ਜਿਵੇਂ ਅੱਗੇ ਦੀ ਪ੍ਰਕਿਰਿਆ ਤੁਸੀਂ ਦੱਸੀ ਹੈ ਕਿ ਸਿੱਖਣਾ ਪੈਂਦਾ ਹੈ, ਪਹਿਲਾਂ ਤੋਂ ਕੰਮ ਕਰਨਾ ਪੈਂਦਾ ਕਿਸੇ ਦੇ ਨਾਲ, ਅਤੇ ਫਿਰ ਜੋ ਐਕਸਪੀਰੀਅੰਸਡ ਹੋਵੇ ਉਸ ਦੇ ਵਾਸਤੇ ਕਿਵੇਂ ਹੈ, ਕਿਵੇਂ ਉਹ ਚੋਣ ਕਰ ਸਕਦੇ ਨੇ, ਅਤੇ ਫਿਰ ਅੱਗੇ ਕਿਵੇਂ ਦੀ ਪ੍ਰਕਿਰਿਆ? ਅਤੇ ਜਦੋਂ ਆਪਣਾ ਇਹ ਕੰਪੋਨੈਂਟ 1 ਕੰਪੋਨੈਂਟ 2 ਆਪਣਾ ਜੋ ਚੱਲ ਰਿਹਾ ਉਸੇ ਦੌਰਾਨ ਪਰਟੀਕੂਲਰ ਸਟੂਡੈਂਟ ਨੂੰ ਇਹ ਚੀਜ਼ 'ਤੇ ਧਿਆਨ ਰੱਖਣਾ ਚਾਹੀਦਾ ਬ੍ਰੋਕਰੇਜ ਨੂੰ, ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਬ੍ਰੋਕਰੇਜ ਕਿਸੇ ਦੇ ਲਈ ਕੋਈ ਆਫਿਸ ਵਧੀਆ ਰਹਿ ਸਕਦਾ, ਕਿਸੇ ਦੇ ਲਈ ਕੋਈ ਆਫਿਸ ਵਧੀਆ ਰਹਿ ਸਕਦਾ ਹੈ, ਅਤੇ ਆਪਣੀ ਬਿਜ਼ਨਸ ਦੀ ਨੀਡਸ ਦੇ ਹਿਸਾਬ ਨਾਲ ਬ੍ਰੋਕਰੇਜ ਚੂਜ਼ ਕਰੋ, ਨਾ ਕਿ ਜਸਟ ਕਿਸੇ ਦੇ ਕਹੇ 'ਤੇ ਆ ਕੇ ਕਿ ਇਹ ਮੈਂ ਇਸ ਬ੍ਰੋਕਰੇਜ 'ਚ ਆਏਗਾ ਤੂੰ ਆਪਣਾ ਇੱਥੇ ਆਪਾਂ ਵੀ ਕੈਨ ਆਪਣਾ ਹੈਵ ਯੂਰ ਲਾਇਸੈਂਸ ਐਂਡ ਦੈਨ ਸਟਾਰਟ ਵਰਕਿੰਗ। ਸੋ ਸਟਾਰਟ ਇੰਟਰਵਿਊਇੰਗ ਦੀ ਬ੍ਰੋਕਰੇਜ ਆਫਿਸਿਸ ਜਦੋਂ ਹੀ ਤੁਹਾਡਾ ਲਾਇਸੈਂਸ ਕਲੀਅਰ ਹੁੰਦਾ ਰਾਈਟ ਅਵੇ, ਅਤੇ ਬੇਸਡ ਔਨ ਯੋਰ ਬਿਜ਼ਨਸ ਨੀਡ। ਹੁਣ ਇੱਥੇ ਆ ਕੇ ਉਸ ਲਾਇਸੈਂਸੀ ਨੂੰ ਬਹੁਤ ਜ਼ਰੂਰੀ ਹੈਗਾ ਕਿ ਨੋ ਹਿਜ਼ ਓਨ ਬਿਜ਼ਨਸ ਨੀਡਸ, ਕਿ ਆਪਾਂ ਆਪਣੇ ਇਸ ਰੀਅਲ ਏਸਟੇਟ ਬਿਜ਼ਨਸ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਹੈ, ਅਤੇ ਸਟਾਰਟਿੰਗ ਵਿੱਚ ਕਿਵੇਂ ਗੋਲਸ ਨੇ ਅਤੇ ਲੌਂਗ ਟਰਮ ਗੋਲਸ ਕੀ ਨੇ, ਉਸ ਬੇਸ 'ਤੇ ਬ੍ਰੋਕਰੇਜ ਚੂਜ਼ ਕਰਨੀ ਬਹੁਤ ਜ਼ਰੂਰੀ ਆ। ਅਤੇ ਉਸੇ ਬੇਸ 'ਤੇ ਹੀ ਬ੍ਰੋਕਰੇਜ ਹੈਜ਼ ਦੇਅਰ ਓਨ ਫੀਸ ਡਿਪੈਂਡਿੰਗ ਅਪੋਨ ਤੁਸੀਂ ਕਿਵੇਂ ਸਟਰਕਚਰ ਕਰਨਾ ਚਾਹੁੰਦੇ ਹੋ। different offices are there, ਜਿਵੇਂ I am with Royal LePage. Royal LePage is the franchisee, the office is Royal LePage Global Force Realty in Surrey. ਉੱਦਾਂ ਹੀ there are various offices out there in our Fraser Valley, and also it will more also depend ਕਿ ਆਪਾਂ ਕਿਹੜੇ ਬੋਰਡ 'ਚ ਨੇ। ਆਪਣੇ ਇੱਥੇ Fraser Valley board and then Greater Vancouver board as well. If you are in Surrey, ਆਪਣਾ ਇੱਥੇ Fraser Valley board ਹੋਣਾ, and if you are out by the bridge on Patola, let's say New Westminster ਆਪਾਂ ਹੈਗੇ ਹਾਂ, that would be in Greater Vancouver board. So ਆਪਣੀ ਬਿਜ਼ਨਸ ਦੀ ਨੀਡਸ ਦੇ ਹਿਸਾਬ ਨਾਲ ਬ੍ਰੋਕਰੇਜ ਚੂਜ਼ ਕਰਨੀ ਚਾਹੀਦੀ ਆਪਾਂ ਨੂੰ, ਲੁਕਿੰਗ ਐਜ਼ ਕਿ ਆਪਾਂ ਕਿੰਨਾ ਇੱਕ ਬਿਜ਼ਨਸ ਕਰਨਾ ਹੈ, ਔਰ ਵੀ ਫੁੱਲ ਟਾਈਮ ਹੈਗੇ ਆਪਾਂ ਇਸ ਕਰੀਅਰ ਵਿੱਚ ਜਾਂ ਆਪਾਂ ਪਾਰਟ ਟਾਈਮ ਆ ਰਹੇ ਹਾਂ, ਉਹ ਸਾਰੀ ਚੀਜ਼ਾਂ ਨੂੰ ਵੇਖ ਕੇ ਆਪਾਂ ਆਪਣੀ ਬ੍ਰੋਕਰੇਜ ਚੂਜ਼ ਕਰੀਏ। ਫਿਰ ਇੱਕ ਗੱਲ ਹੋਰ ਕਿ ਜੇਕਰ ਕੋਈ ਅੱਗੇ ਕਮਰਸ਼ੀਅਲ ਵਿੱਚ ਜਾਣਾ ਚਾਹੁੰਦਾ ਜਾਂ ਫਿਰ ਰੈਜ਼ੀਡੈਂਸ਼ੀਅਲ ਦੇ ਵਾਸਤੇ, ਇਹਦੇ ਵਾਸਤੇ ਕੋਈ ਫਰਕ ਹੁੰਦਾ? ਇਹਦੇ ਲਈ ਆਪਾਂ ਜਦੋਂ ਕੰਪੋਨੈਂਟ ਕਰੀਦੇ ਹੈਗੇ ਰਾਈਟ, ਉਸ ਟਾਈਮ 'ਤੇ ਵੀ ਆਪਾਂ ਨੂੰ ਆਪਸ਼ਨ ਦੇਈ ਜਾਂਦੀ ਹੈਗੀ ਆ। ਜੇ ਆਪਾਂ ਕਮਰਸ਼ੀਅਲ ਵੀ ਕਰਨਾ ਚਾਹੁੰਦੇ ਹਾਂ ਉਹ 'ਤੇ ਆਪਣੇ ਕੋਲ ਆਪਸ਼ਨ ਹੈਗੀ ਆ, ਬਟ ਜਦੋਂ ਆਪਾਂ ਸਟਾਰਟ ਕਰਨਾ ਹੈ ਕਰੀਅਰ ਰਾਈਟ, ਜੇ ਕਮਰਸ਼ੀਅਲ ਜਾਣਾ ਹੈ ਦੇ ਕੈਨ ਸਟਾਰਟ ਆਪਣਾ ਚੂਜ਼ ਕਰ ਸਕਦੇ ਹਾਂ ਇਸ ਚੀਜ਼ ਨੂੰ ਲੈ ਕੇ, ਫਿਰ ਆਪਾਂ ਉਸੇ ਪਾਥ 'ਤੇ ਚੱਲੀਏ। ਜੇ ਆਪਾਂ ਸਿਰਫ ਕਮਰਸ਼ੀਅਲ ਕਰਨੀ, ਜਿੱਦਾਂ ਹੁਣ ਸਾਡੇ ਬ੍ਰੋਕਰੇਜ ਵਿੱਚ ਵੀ ਹੈਗੇ ਕਈ ਰੀਅਲਟਰ ਜਿਹੜੇ ਸਿਰਫ ਕਮਰਸ਼ੀਅਲ ਹੀ ਕਰਦੇ ਨੇ, ਟੋਟਲੀ ਮੋਰ ਫੋਕਸ ਔਨ ਕਮਰਸ਼ੀਅਲ ਸਾਈਡ, ਬਟ ਆਪਣਾ ਲਾਇਸੈਂਸ ਅਲਾਓ ਕਰਦਾ ਹੈ ਕਮਰਸ਼ੀਅਲ ਅਤੇ ਰੈਜ਼ੀਡੈਂਸ਼ੀਅਲ ਕਰਨ ਦੋਨਾਂ ਨੂੰ। ਜਿੱਦਾਂ ਹੁਣ ਅਸੀਂ ਮੋਰ ਫੋਕਸ ਹੈ ਕਿ ਰੈਜ਼ੀਡੈਂਸ਼ੀਅਲ 'ਤੇ, ਅਸੀਂ ਕਮਰਸ਼ੀਅਲ 'ਤੇ ਇੰਨਾ ਫੋਕਸ ਨਹੀਂ ਕਰਦੇ, ਅਤੇ ਸੇਮ ਕਮਰਸ਼ੀਅਲ ਰੀਅਲਟਰ ਇਟਸ ਮੋਰ ਆਫ ਕਿ ਜਿਹੜਾ ਸਾਡੀ ਟੀਚਿੰਗ ਹੈਗੀ ਆ, ਐਂਡ REC BC ਵੀ ਕਹਿੰਦੀ ਆ ਕਿ ਜਿਸ ਪਾਸੇ ਤੁਹਾਨੂੰ ਨੌਲੇਜ ਨਹੀਂ ਹੈਗੀ ਆ ਐਂਡ ਯੂ ਡੋ ਨਾਟ ਹੈਵ ਦੀ ਐਕਸਪਰਟੀਜ਼, ਅਤੇ ਆਪਾਂ ਨੂੰ ਆਪਣੇ ਕਲਾਇੰਟ ਨੂੰ ਉੱਥੇ ਐਡਵਾਈਸ ਨਹੀਂ ਕਰਨੀ ਚਾਹੀਦੀ। ਅਤੇ ਸੋ ਜੇ ਤੁਹਾਡੇ ਕੋਲ ਕਮਰਸ਼ੀਅਲ ਤੁਸੀਂ ਕਰ ਰਹੇ ਹੋ ਅਤੇ ਤਾਂ ਹੀ ਕਮਰਸ਼ੀਅਲ ਆਪਣੇ ਕਲਾਇੰਟ ਨੂੰ ਵੀ ਲਾਈਕ ਐਡਵਾਈਸ ਕਰੋ ਕਿ ਅਸੀਂ ਕਮਰਸ਼ੀਅਲ ਕਰ ਸਕਦੇ ਹਾਂ, ਅਤੇ ਅਦਰਵਾਈਜ਼ ਜਿਹੜੀ ਤੁਸੀਂ ਫੀਲਡ ਚੂਜ਼ ਕੀਤੀ ਆ ਉਸੇ ਬੇਸ 'ਤੇ ਹੀ ਰਹੋ ਅਤੇ ਬੈਟਰ ਰਹੂਗਾ। ਅਤੇ ਮੇਰਾ ਆਖਰੀ ਸਵਾਲ ਕਿ ਖਰਚਾ ਕਿੰਨਾ ਕੁ ਹੋ ਜਾਂਦਾ ਹੈ ਇਸ ਦੇ ਵਾਸਤੇ?
ਸੋ ਜਦੋਂ ਆਪਾਂ ਪਹਿਲਾਂ ਹੀ ਗੱਲ ਕੀਤੀ ਸੀਗੀ ਰਜਿਸਟ੍ਰੇਸ਼ਨ ਤੋਂ ਲੈ ਕੇ ਰਾਈਟ, ਰਜਿਸਟ੍ਰੇਸ਼ਨ ਉਹ ਹੈਗੀ ਹੈ ਫੀਸ ਅਰਾਊਂਡ ਆਪਣੀ, ਜਦੋਂ ਆਪਾਂ ਲਾਇਸੈਂਸ ਲਈ UBC ਤੋਂ ਆਪਾਂ ਰਜਿਸਟਰ ਕਰਦੇ ਹਾਂ ਪਹਿਲਾ ਸਟੈਪ ਆਈ ਬਿਲੀਵ ਆਪਣੀ ਉਹ ਹੈਗੀ ਆ $1000 ਤੇ ਫਿਰ ਆਪਣੇ ਕਈ ਲੋਕੀ ਚੂਜ਼ ਵੀ ਕਰਦੇ ਨੇ UBC ਤੋਂ ਪੜ੍ਹਾਈ ਨਾ ਕਰਕੇ ਆਪਣਾ ਥਰਡ ਪਾਰਟੀ ਇੰਡੀਪੈਂਡੈਂਟ ਐਜੂਕੇਸ਼ਨਲ ਇੰਸਟੀਟਿਊਸ਼ਨ ਜਿਵੇਂ ਆਪਣਾ GoBC ਵਗੈਰਾ ਬਾਹਰ ਹੈਗੀਆਂ, ਅਤੇ ਐਡਵਾਂਸ ਲਰਨਿੰਗ ਸੈਂਟਰ ਜਿਹਦੇ ਤੋਂ ਮੈਂ ਵੀ ਆਪਣਾ ਪੜ੍ਹਾਈ ਕੀਤੀ ਸੀਗੀ ਅੱਜ ਤੋਂ 3 ਸਾਲ ਪਹਿਲਾਂ, ਅਤੇ $750-500 ਉਹ ਵੀ ਲੈਂਦੇ ਨੇ ਇਫ ਯੂ ਵਾਂਟ ਟੂ ਗੈਟ ਆਪਣਾ ਕਿ ਜੇ ਆਪਾਂ ਛੇਤੀ ਕਰਨਾ ਚਾਹੁੰਦੇ ਹਾਂ ਇਸ ਲਾਇਸੈਂਸ ਦਾ ਪ੍ਰੋਸੈਸ। ਅਤੇ ਉਹ ਤੋਂ ਬਾਅਦ ਆਪਣੇ ਕੰਪੋਨੈਂਟ ਸਟਾਰਟ ਹੁੰਦੇ ਨੇ, ਅਤੇ ਕੰਪੋਨੈਂਟ ਦੀ ਫੀਸ ਵੀ ਹੈਗੀ ਆ ਅਰਾਊਂਡ $800 to $1000। ਦੈਨ ਯੋਰ ਲਾਇਸੈਂਸਿੰਗ ਫੀਸ ਵੀ ਹੈਗੀ ਆ, ਅਤੇ ਆਪਣਾ ਕੀਪ ਇਨ ਮਾਈਂਡ ਕਿ ਇਹ ਜਿਹੜੀ ਆਪਾਂ ਲਾਇਸੈਂਸਿੰਗ ਦੀ ਫੀਸ ਵੀ ਦਿੰਦੇ ਆ ਆਪਾਂ ਨੂੰ ਹਰ 2 ਸਾਲ ਦੇਣੀ ਪੈਂਦੀ ਆ ਰੀਨਿਊ ਕਰਾਉਣ ਲਈ ਲਾਇਸੈਂਸ ਆਪਣਾ, ਅਤੇ ਬੋਰਡ ਦੀ ਫੀਸ ਵੀ ਹੁੰਦੀ ਨੇ, ਅਤੇ ਆਪਣਾ ਓਵਰਆਲ ਖਰਚਾ ਤੁਸੀਂ ਲਾ ਕੇ ਚੱਲ ਸਕਦੇ ਹੋ ਸਟਾਰਟਿੰਗ ਵਾਲਾ ਕਿ ਆਪਣਾ ਜਦੋਂ ਤੱਕ ਲਾਇਸੈਂਸ ਆਉਣਾ ਅਰਾਊਂਡ $4000 to $5000 ਇਹ ਆਪਾਂ ਨੂੰ ਜਦੋਂ ਤੱਕ ਲਾਇਸੈਂਸ ਆਉਣਾ ਹੈ ਉਦੋਂ ਤੱਕ ਆਪਣਾ ਹੋ ਸਕਦਾ ਹੈ। ਅਤੇ ਉਹ ਤੋਂ ਬਾਅਦ ਵੀ ਜਦੋਂ ਜਿੱਦਾਂ ਲੈਟਸ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ ਆਪਣਾ ਜਦੋਂ ਆਪਾਂ ਬ੍ਰੋਕਰੇਜ ਚੂਜ਼ ਕਰ ਰਹੇ ਹਾਂ, ਕਈ ਬ੍ਰੋਕਰੇਜ ਆਪਾਂ ਨੂੰ ਆਪਣੀ ਕਮਿਸ਼ਨ ਵਿੱਚੋਂ ਲੈਂਦੇ ਨੇ ਪੈਸਾ, ਲਾਈਕ ਜਿਹੜਾ ਵੀ ਆਪਾਂ ਵੀ ਮੇਕ ਮਨੀ ਐਂਡ ਦੈਨ ਦੇ ਟੇਕ ਸਰਟਨ ਕੱਟ ਡਿਪੈਂਡਿੰਗ ਅਪੋਨ ਦੀ ਆਫਿਸ ਕਿ ਆਪਾਂ ਨੂੰ ਕਿੱਦਾਂ ਦੀ ਟ੍ਰੇਨਿੰਗ ਪ੍ਰੋਵਾਈਡ ਕਰੀ ਜਾ ਰਹੀ ਆ, ਅਤੇ ਸਰਟਨ ਆਫਿਸਿਸ ਦੇ ਜਸਟ ਟੇਕ ਮੰਥਲੀ ਫੀਸ। ਸੋ ਜੇ ਇਫ ਯੂ ਆਰ ਨਿਊ ਲਾਇਸੈਂਸੀ ਐਂਡ ਯੂ ਥਿੰਕ ਕਿ ਆਪਾਂ ਜ਼ਿਆਦਾ ਬਿਜ਼ਨਸ ਨਹੀਂ ਕਰਨਾ ਜਾਂ ਫਿਰ ਪਾਰਟ ਟਾਈਮ ਕੰਮ ਕਰਨਾ, ਸੋ ਉਸੇ ਬੇਸ 'ਤੇ ਚੂਜ਼ ਕਰਨ। ਅਤੇ ਟੋਟਲ ਫੀਸ ਜਿਹੜੀ ਆਪਣਾ ਐਂਡ ਤੱਕ ਜਦੋਂ ਆਪਣਾ ਲਾਇਸੈਂਸ ਆ ਜਾਂਦਾ ਹੈ ਕੰਮ ਕਰਨ ਸਟਾਰਟ ਕਰਨ ਲਈ ਇਟਸ ਵੁੱਡ ਬੀ ਅਰਾਊਂਡ $4000 to $5000। ਜਿਵੇਂ ਕਿ ਤੁਸੀਂ ਸੁਣਿਆ, ਉਮੀਦ ਹੈ ਕਿ ਤੁਹਾਡੇ ਲਈ ਇਹ ਜਾਣਕਾਰੀ ਮਦਦਗਾਰ ਸਾਬਤ ਹੋਵੇਗੀ। ਇਸ ਦੇ ਨਾਲ ਹੀ ਮੈਨੂੰ ਪ੍ਰਨੀਤ ਕਰਨ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਜਾਣਕਾਰੀ ਦੇ ਨਾਲ। ਸਤਿ ਸ਼੍ਰੀ ਅਕਾਲ।